ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ 6 ਦਸੰਬਰ 2021 ਬਠਿੰਡੇ ਦਾ ਅਜੀਤ ਰੋਡ ਤੇ ਸ਼ਾਮ ਦੇ 5:08 ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਚੱਲਦਾ ਨਾ ਮੇਰੇ ਵੀਰ, ਤਾਂ ਪ੍ਰਚਾਰ ਨਾਲ ਚੱਲਦਾ। ਪ੍ਰਚਾਰ ਨਾਲ ਹੀ ਪ੍ਰਸਾਰ ਵੱਧਦਾ। ਇਸ ਕਰਕੇ ਅਸੀਂ ਲੋਕ ਕਈ ਵਾਰੀ ਗੱਲਾਂ ਕਰਦੇ ਹਾਂ, ਉਹ ਯਾਰ ਐਡ ਹੀ ਕਰੀ ਜਾਂਦਾ ਯਾਰ। ਮੇਰੇ ਵੀਰ ਗੱਲ ਇਹ ਹੁੰਦੀ ਹੈ, ਕਿਸ ਕੰਮ ਦੇ ਵਿੱਚ ਐਡ ਨਹੀਂ। ਕਿਉਂਕਿ ਚਲੋ ਮੰਨ ਲੈਂਦੇ ਆਪਾਂ ਕੋਈ ਪ੍ਰੋਗਰਾਮ ਕੀਤਾ, ਉਹਦੇ 'ਚ ਇਹ ਹੋ ਗਿਆ ਯਾਰ ਇਹਦੇ ਤੋਂ ਆਹ ਕਰ ਲਓ, ਉਹਦੇ ਤੋਂ ਉਹ ਕਰ ਲਓ, ਤਾਂ ਇੱਕ ਐਡ ਹੋ ਗਈ। ਜੇ ਕਿਸੇ ਪੋਲੀਟੀਕਲ ਪਾਰਟੀ ਦੀ ਕੋਈ ਬੰਦਾ ਖਬਰ ਕਰਦਾ, ਉਹ ਵੀ ਐਡ ਹੀ ਹੁੰਦੀ ਹੈ। ਕਿਉਂਕਿ ਦੱਸਿਆ ਜਾਂਦਾ ਹੈ ਵੀ ਇਹ ਚੀਜ਼ ਹੈ, ਇਹ ਵਧੀਆ ਹੋਈ ਜਾਂ ਮਾੜੀ ਹੋਈ, ਉਹਦੇ ਵਾਸਤੇ ਉਹਦਾ ਪਤਾ ਲੱਗਦਾ। ਜੇ ਚੰਗੀ ਹੋਈ ਤਾਂ ਇੱਦਾਂ ਦੇ ਹੋਰ ਲੋਕ ਕਰ ਲੈਣ, ਜੇ ਕੋਈ ਮਾੜੀ ਹੋਈ ਤਾਂ ਇੱਦਾਂ ਦੇ ਲੋਕ ਨਾ ਕਰਨ। ਇਹ ਪ੍ਰਚਾਰ ਹੁੰਦਾ। ਸਪੋਜ਼ ਕਰੋ ਇੱਕ ਕੰਮ ਚੰਗਾ ਹੋਇਆ, ਕਿਸੇ ਤੋਂ ਅਸੀਂ ਇਲਾਜ ਕਰਾ ਲਿਆਏ, ਕਿਸੇ ਵੈਦ ਤੋਂ, ਕਿਸੇ ਡਾਕਟਰ ਤੋਂ, ਅਤੇ ਇੱਕ ਮਾਊਥ ਐਡ ਹੁੰਦੀ, ਯਾਰ ਮੈਂ ਉਸ ਡਾਕਟਰ ਤੋਂ ਯਾਰ ਉਹ ਕੰਮ ਕਰਵਾਇਆ ਸੀਗਾ ਅਤੇ ਉਹ ਬਹੁਤ ਵਧੀਆ ਹੋਇਆ। ਉਹ ਵੀ ਇੱਕ ਪ੍ਰਚਾਰ ਹੀ ਹੁੰਦਾ। ਇਸ ਕਰਕੇ ਹਰ ਕੰਮ ਦੇ ਵਿੱਚ ਜਿਹੜਾ ਪ੍ਰਚਾਰ ਹੈ ਨਾ, ਉਹ ਜ਼ਰੂਰੀ ਹੁੰਦਾ। ਹੁਣ ਇਸੇ ਤਰੀਕੇ ਨਾਲ ਆਪਾਂ ਲੈ ਲਈਏ ਕਿ ਬਠਿੰਡਾ ਅਜੀਤ ਰੋਡ ਜਿਹੜਾ ਮੈਂ ਖੜ੍ਹਾ ਅਤੇ ਚੌਕ ਐਂਡ ਡਸਟਰ, ਇਹ ਵੀ ਇੱਕ ਪ੍ਰਚਾਰ ਹੀ ਹੈ। ਹਰ ਕੰਮ 'ਚ ਪ੍ਰਚਾਰ ਹੈ ਨਾ। ਲੋਕ ਅਸੀਂ ਪੋਸਟਰਸ ਦੇਖਦੇ ਹਾਂ, ਉਹ ਵੀ ਇੱਕ ਪ੍ਰਚਾਰ ਹੁੰਦਾ। ਕੋਈ ਵੀ ਹੁੰਦਾ, ਬੜੇ ਲੋਕ ਲਗਾਉਂਦੇ ਨੇ। ਇਸ ਕਰਕੇ ਆਪਣੀ ਸੋਚ ਹੈ ਜਿਹੜੀ, ਆਪਾਂ ਉਹਨੂੰ ਥੋੜ੍ਹਾ ਜਿਹਾ ਇਸ ਹਿਸਾਬ ਨਾਲ ਲਈਏ ਕਿ ਅਸੀਂ ਕਿਸ ਤਰੀਕੇ ਨਾਲ ਸੋਚਣਾ, ਕਿਸ ਤਰੀਕੇ ਨਾਲ, ਕਿਸ ਚੀਜ਼ ਨੂੰ ਕਿਸ ਢੰਗ ਨਾਲ ਅਸੀਂ ਅਡਾਪਟ ਕਰਨਾ। ਇਸ ਕਰਕੇ ਇਸ ਗੱਲ ਨਾਲ ਮੈਂ ਰਿਲੇਟ ਇਹ ਕਰਦਾ ਕਿ ਚੌਕ ਐਂਡ ਡਸਟਰ 'ਚ ਖੜ੍ਹੇ ਆ, ਇਹ ਲੋਕ ਵੀਜ਼ਾ ਲਗਵਾਉਂਦੇ ਨੇ। ਵੀਜ਼ਾ ਲਗਵਾਉਂਦੇ ਆ ਜਦੋਂ ਸਟੱਡੀ ਵੀਜ਼ਾ, ਕਿਉਂਕਿ ਅੱਜ ਕੱਲ੍ਹ ਸਟੱਡੀ ਵੀਜ਼ਾ ਜ਼ਿਆਦਾ ਚੱਲ ਰਿਹਾ, ਤਾਂ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਯਾਰ ਅਸੀਂ ਜਿਹੜੀ ਮਿਹਨਤ ਕੀਤੀ ਸੀ ਉਹ ਸਫਲ ਹੋਈ ਹੈ। ਜਦੋਂ ਕੈਮਰੇ ਦੇ ਮਾਧਿਅਮ ਰਾਹੀਂ ਇਹ ਲੋਕ ਤੁਹਾਡੇ ਤੱਕ ਪਹੁੰਚ ਕਰਦੇ ਨੇ ਅਤੇ ਤੁਹਾਨੂੰ ਵੀ ਪਤਾ ਲੱਗਦਾ। ਹੋ ਸਕਦਾ ਕਿਸੇ ਵੇਲੇ ਬੰਦੇ ਨੂੰ ਭੈੜਾ ਲੱਗਦੇ ਵੀ ਯਾਰ ਕੀ ਹੈ ਨਾ, ਪਰ ਜਦੋਂ ਉਸੇ ਦਾ ਰਿਸ਼ਤੇਦਾਰ, ਕੋਈ ਧੀ ਭੈਣ ਨੇ, ਕਿਸੇ ਨੇ ਬਾਹਰ ਜਾਣਾ ਹੁੰਦਾ, ਤਾਂ ਫਿਰ ਉਹ ਅਗਲਾ ਕਹਿੰਦਾ ਹਾਂ ਯਾਰ ਉਹ ਪ੍ਰੋਗਰਾਮ ਦੇਖਿਆ ਸੀ ਯਾਰ, ਉਹ ਬੰਦੇ ਨਾਲ ਗੱਲ ਤਾਂ ਕਰਕੇ ਦੇਖੋ, ਜਾਓ ਭਾਵੇਂ ਨਾ ਜਾਓ। ਇਸ ਕਰਕੇ ਮੇਰੇ ਵੀਰ ਗੱਲ ਨੂੰ ਥੋੜ੍ਹਾ ਜਿਹਾ ਸੋਚ ਕੇ ਸਮਝ ਕੇ ਫਿਰ ਆਪਾਂ ਨੂੰ ਕਰਨੀ ਚਾਹੀਦੀ ਹੈ। ਆਓ ਤੁਹਾਨੂੰ ਮੈਂ ਲੈ ਕੇ ਚੱਲਦਾ। ਹੁਣ ਇੱਥੇ ਕੀ ਹੈ ਗੱਲ, ਇਸ ਚੌਕ ਐਂਡ ਡਸਟਰ ਦੇ ਦਫ਼ਤਰ 'ਚ ਆਪਾਂ ਆਏ ਹਾਂ। ਤੁਹਾਡੇ ਯਾਦ ਹੋਣਾ ਵੀ ਇੱਕ ਵਾਰੀ ਪਹਿਲਾਂ ਵੀ ਆਪਾਂ ਆਏ ਸੀ ਅਤੇ ਇੱਥੇ ਕੁਛ ਲੋਕ ਬੈਠੇ ਸੀ, ਹੈ ਨਾ। ਉਹ ਵੀ 2 ਵੀਜ਼ੇ ਸੀ ਉਹਨਾਂ ਦੇ ਆਏ। ਇਹ ਤੋਂ ਬਾਅਦ ਵੀ ਆਏ ਨੇ। ਜ਼ਰੂਰੀ ਨਹੀਂ ਵੀ ਹਰ ਵੀਜ਼ਾ ਮੈਂ ਦਿਖਾਵਾਂ, ਹੈ ਨਾ। ਜਦੋਂ ਇਹਨਾਂ ਨੇ ਕਿਹਾ ਉਦੋਂ ਮੈਂ ਦਿਖਾਤਾ। ਹੁਣ ਜਿਹੜਾ ਇਹਨਾਂ ਕੋਲ ਬੱਚੇ ਦਾ ਵੀਜ਼ਾ ਹੈ ਨਾ, ਉਹ ਐਂ ਕਹਿ ਲਓ ਕਿ ਉਹਦੀ ਜ਼ਿਆਦਾ ਖੁਸ਼ੀ ਇਹਨਾਂ ਨੂੰ ਕੀ ਹੈ, ਉਹ ਆਪਾਂ ਉਹਨਾਂ ਨੂੰ ਜਾ ਕੇ ਹੀ ਪੁੱਛਦੇ ਹਾਂ। ਕਿਉਂਕਿ ਉਹ ਲੋਕ ਦਿੱਲੀ ਤੋਂ ਆਏ ਨੇ ਸਪੈਸ਼ਲੀ। ਅਤੇ ਵੱਡੀ ਗੱਲ ਇਹ ਹੈ ਕਿ ਉਹ ਇਹਨਾਂ ਨੂੰ ਅੱਜ ਤੱਕ ਕਦੀ ਮਿਲੇ ਨਹੀਂ ਸੀ। ਇਹਨਾਂ ਦੇ ਕਹਿਣ ਦੇ ਮੁਤਾਬਕ ਸਿਰਫ ਕਿਸੇ ਨੇ ਰੈਫਰੈਂਸ ਦਿੱਤਾ ਵੀ ਅਸੀਂ ਇਹਨਾਂ ਤੋਂ ਵੀਜ਼ਾ ਲਗਵਾਇਆ, ਸੰਦੀਪ ਹੋਣਾ ਤੋਂ, ਅਤੇ ਤੁਸੀਂ ਲਵਾਓ। ਪਹਿਲਾਂ ਮੈਂ ਮੈਡਮ ਨੂੰ ਪੁੱਛ ਲਾਂ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਤੁਹਾਡਾ? ਸ਼ਰਨਜੀਤ ਕੌਰ। ਸ਼ਰਨ ਜੀ ਹੈਗੇ ਨੇ ਸੰਦੀਪ ਜੀ ਅੰਦਰ? ਹਾਂਜੀ ਸਰ, ਬਿਲਕੁਲ ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ। ਮਿਲੀ? ਹਾਂਜੀ ਸਰ, ਬਿਲਕੁਲ। ਠੀਕ ਹੈ। ਇੱਦਾਂ ਦੇ ਚਿਹਰੇ ਹੱਸਦੇ ਹੋਣੇ ਚਾਹੀਦੇ ਆ, ਬੰਦਾ ਖੁਸ਼ ਵੀ ਤਾਂ ਹੋਵੇ ਨਾ। ਨਹੀਂ ਤਾਂ ਕਈ ਦਫ਼ਤਰਾਂ 'ਚ ਜਾਂਦੇ ਆ, ਉਹ ਮੇਰੇ ਵਰਗੀਆਂ ਸ਼ਕਲਾਂ ਅਤੇ ਉੱਤੋਂ ਮੂੰਹ 'ਤੇ 12 ਵਜੇ ਹੁੰਦੇ ਤਾਂ ਅਗਲਾ ਕਹਿੰਦਾ ਉਹਨੂੰ ਜੀ, ਹੈ ਨਾ। ਅਤੇ ਇਸ ਕਰਕੇ ਹੱਸਦੇ ਖੇਡਦੇ ਰਹਿਣਾ ਚਾਹੀਦਾ ਮੇਰੇ ਵੀਰ, ਹਮੇਸ਼ਾ ਹੀ। ਆ ਜਾਓ ਚੱਲਦੇ ਹਾਂ। ਹਾਂ, ਆਪਾਂ ਦੇਖੋ ਇਸ ਆਫਿਸ 'ਚ ਆਏ ਹਾਂ ਅਤੇ ਮੈਂ ਤੁਹਾਨੂੰ ਦਿਖਾ ਦਿਆਂ। ਬੈਠੋ ਜੀ, ਬੈਠੋ ਬੈਠੋ ਬੈਠੋ। ਬਹੁਤ ਵਧੀਆ, ਮੈਨੂੰ ਲੱਗਦਾ ਮਹਿਫਿਲ ਲੱਗੀ ਹੋਈ ਹੈ। ਚਾਹ ਮੈਨੂੰ ਲੱਗਦਾ ਪੀ ਲਈ, ਖਾਣ ਪੀਣ ਦਾ ਸਾਰਾ ਸਮਾਨ ਪਿਆ ਹੈ। ਅਤੇ ਇਹ ਸਾਡੇ ਭਰਾ ਨੇ, ਇਹ ਫੌਜੀ ਭਰਾ ਨੇ ਸਾਡੇ, ਸਾਡੀ ਸੇਵਾ ਕਰਦੇ, ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ। ਉਹਨਾਂ ਦਾ ਮੇਰਾ ਖਿਆਲ ਇਹ ਬੇਟਾ ਫਰਜ਼ੰਦ। ਇੱਧਰੋਂ ਵੀ ਆ ਕੇ ਦਿਖਾ ਦਿਓ ਜੀ। ਸ਼ਕਲ ਦੇਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉਹ ਲੋਕ ਨੇ, ਹੈ ਨਾ। ਅਸੀਂ ਸਿਵੀਲੀਅਨ ਹੈ ਨਾ, ਸਾਡਾ ਇੱਕ ਸਰਕਲ ਵੈਸੇ ਹੀ ਬਹੁਤ ਹੁੰਦਾ, ਪਰ ਇਹ ਉਹ ਲੋਕ ਨੇ ਜਿਨ੍ਹਾਂ ਦਾ ਇੱਕ ਸਰਕਲ ਸਾਡੇ ਨਾਲੋਂ ਵੱਖਰਾ ਹੁੰਦਾ। ਪਰ ਫਿਰ ਵੀ ਸਿਵੀਲੀਅਨ ਦੇ ਨਾਲ ਇਹਨਾਂ ਦਾ ਸਹਿਚਾਰ, ਇਹਨਾਂ ਦਾ ਪਿਆਰ ਮੁਹੱਬਤ ਹੁੰਦਾ, ਬਹੁਤ ਵਧੀਆ ਹੁੰਦਾ। ਤਾਂ ਇਸ ਕਰਕੇ ਸੰਦੀਪ ਜੀ ਨੇ ਜਦੋਂ ਮੈਨੂੰ ਇਹ ਦੱਸਿਆ ਕਿ ਇਹ ਨੇ ਇਹਨਾਂ ਦੇ ਬੇਟੇ। ਕੀ ਨਾਮ ਕੀ ਤੁਹਾਡਾ? यशार्थ। यश यशार्थ यशार्थ जी। क्या मीनिंग क्या होता है वैसे इसका? फेम, सक्सेस, दैट्स द मीनिंग। मतलब यश का अर्थ वैसे। ओके, ਹੁਣ ਸਮਝ ਆਈਏ। ਬੜਾ ਪਿਆਰਾ ਨਾਮ ਹੈ ਫੇਮ, ਹੈ ਨਾ। ਵਾਕਈ ਫੇਮ ਤਾਂ ਦੇਖੋ ਮਿਲ ਹੀ ਜਾਂਦਾ ਬੰਦੇ ਨੂੰ, ਬੰਦਾ ਜੇ ਮਿਹਨਤ ਕਰੇ। ਕੀ ਸ਼ੁਭ ਨਾਮ ਤੁਹਾਡਾ? कर्नल राय। ਕਰਨਲ ਸਾਹਿਬ,
ਕੀ ਬਾਤ ਹੈ। ਅੱਛਾ, ਇਹ ਫੌਜੀਆਂ ਦੀ ਪਰਸਨੈਲਿਟੀ ਬੜੀ ਕਮਾਲ ਦੀ ਹੁੰਦੀ ਹੈ, ਚੱਕਰ। क्योंकि हम लोगों की शुरू से ट्रेनिंग ऐसी रहती है कि हमें एक होलसम पर्सनैलिटी का अनुभव हो जाता है और हम लोग उसी तरह से पूरे ज़िंदगी भर उसी को मेंटेन करते हैं, फिर चाहे वर्दी में हो चाहे रिटायरमेंट के बाद। अच्छा, आप अब रिटायर हो गए होंगे? मैं रिटायर हो गया 2 साल पहले। बट मेरी दिनचर्या वैसी रहती है जैसे कि बस ऑफिस नहीं जाना, बाकी मैं अपने को वैसे ही रखता हूँ फिट जैसे कि पहले हो। अच्छा, मैं चाह रहा था कि संदीप जी से बात करूं, लेकिन मेरे को ये लग रहा है कि आपसे मैं ये बात करूं कि देखिए, जैसे बेटे का वीज़ा आ गया, जी, तो आपको किसने बताया कि आप संदीप जी से वीज़ा लगवाओ, या आपने कोई ऐड देखी, कोई प्रोग्राम देखा, या किसी ने रेफरेंस दिया? नहीं, रेफरेंस दिया मुझे कर्नल नारायण ने, जिनका बेटा ऑलरेडी अभी कनाडा में है इस समय। उसका पूरा एजुकेशन, एकेडमिक्स एज वेल एज वीज़ा संदीप जी ने ही प्रोसेस किया था। एंड सब कुछ टाइमली हो गया था और उन्होंने मेरे को विश्वास दिलाया था कि इनको सब दे के एक बारी बस भूल जाइए, बाकी बस वीज़ा कलेक्ट करना पड़ेगा। मैंने सिर्फ वीज़ा वाला पोर्शन इनसे कराया था। अच्छा, वो जो आपके दोस्त जो गोवा में, जी, तो आप कहाँ पे पोस्टेड है? मैं उस समय अभी दिल्ली में हूँ। मैं रिटायर हो चुका था उस समय, लेकिन उनसे मेरे कांटेक्ट है बिकॉज हम पहले साथ सर्विस कर चुके थे। वो मेरे से जूनियर ऑफिसर हैं, लेकिन अभी वो सर्विस में हैं। अच्छा, ओके। तो उनका जो बेटा था वो इनके थ्रू गया, ये बात हुई? जी जी जी। तो उन्होंने, जब मैंने अपने बेटे के बारे में बात किया तो कर्नल नारायण ने बोला कि संदीप हैं बठिंडा में, जिनको मैं अच्छी तरह से जानता हूँ, बहुत विश्वास वाले हैं, वो सारा काम A to Z पूरा करके दे देंगे, बस आपको अपने डॉक्यूमेंटेशन उनको हैंड ओवर करना है। क्या बात। ਦੇਖੋ ਇਹ ਹੁੰਦੀ ਵਿਸ਼ਵਾਸ ਦੀ ਗੱਲ। ਇਹਨਾਂ ਨੇ ਗੱਲ ਕੀਤੀ, ਉਹਨਾਂ ਨੇ ਵੀ ਮਿਸਟਰ ਸੰਦੀਪ ਨੇ ਬਠਿੰਡੇ ਦੇ ਵਿੱਚ ਚੌਕ ਐਂਡ ਡਸਟਰ ਤੋਂ, ਹਨਾ, ਵੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ। ਇੱਕ ਵਿਸ਼ਵਾਸ, ਉਹ ਗੋਆ 'ਚ ਬੈਠੇ ਨੇ, ਇਹ ਦਿੱਲੀ 'ਚ ਬੈਠੇ ਨੇ, ਸੰਦੀਪ ਹੋਣੀਆ ਮੇਰੇ ਪਿੱਛੇ ਬੈਠੇ ਨੇ ਬਠਿੰਡਾ ਦੇ ਵਿੱਚ ਅਜੀਤ ਰੋਡ ਤੇ ਚੌਕ ਐਂਡ ਡਸਟਰ ਦਾ ਲੋਗੋ ਲੈ ਕੇ। ਇਹ ਇੱਕ ਕੰਮ ਦੀ ਗੱਲ ਹੁੰਦੀ ਹੈ। ਇਸੇ ਕਰਕੇ ਮੈਂ ਕਹਿੰਦਾ ਨਾ ਕਿ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਤਾਂ ਪ੍ਰਸਾਰ ਜਿਹੜਾ ਉਹ ਵੱਧਦਾ ਹੈ, ਤੇ ਪ੍ਰਚਾਰ ਚੰਗਾ ਹੋਵੇ ਤਾਂ ਸਭ ਦਾ ਬੈਨੀਫਿਟ ਹੁੰਦਾ। ਜਿਸ ਤਰ੍ਹਾਂ ਪਹਿਲਾਂ ਗੋਆ 'ਚ ਬੈਠੇ ਨੇ, ਉਹਨਾਂ ਦਾ ਬੈਨੀਫਿਟ ਹੋਇਆ। ਇਹ ਦਿੱਲੀ 'ਚ ਉੱਥੇ ਬੈਠਿਆਂ ਨੇ ਇਹਨਾਂ ਨੂੰ ਡਾਕੂਮੈਂਟ ਭੇਜੇ, ਤੇ ਇੱਕ ਵਿਸ਼ਵਾਸ। ਇਹ ਬੇਟਾ ਕੀ ਨਾਮ ਦੱਸਿਆ ਸੀ? ਯਸ਼ ਆਰਥ फेम, मैं तो फेम ही कह देना, चंगी गल है। फेम जी, ये बताइए कि जब आपने इनसे बात की तो आपको लगा नहीं कि यार बठिंडा में कहाँ दिल्ली कहाँ बठिंडा, पता नहीं कोई कैसे होंगे कैसे नहीं होंगे, मेरी फाइल लग पाएगी, मुझे वीज़ा मिलेगा या नहीं मिलेगा, कुछ ऐसा जहन में तब आया? जब कर्नल नारायण से बात हुई थी उस टाइम, प्लस मेरा वीज़ा का ऐसा सिचुएशन था कि टाइम भी जा रहा था, प्लस अंकल ने इतनी श्योरिटी दी थी कि संदीप जी मतलब आपका करके ही रहेंगे, ऐसा कोई आपको टेंशन लेने की ज़रूरत ही नहीं है। तो उस ट्रस्ट पे मैंने पूरी फाइल, मतलब उस टाइम पेंडिंग ही थी, पूरी फाइल उनने फिर से हम लोग ने नहीं बनाई उस टाइम पे, बल्कि क्रिटिकल टाइम था वो मेरे इनटेक के लिए। फिर हम लोगों ने डॉक्यूमेंट पूरी की और फिर हम लोग ने बोला चिंता ना करो आ जाएगा हमारा। तो उसके बाद बस कर दिया हम लोगों ने, फिर इनके साथ काम शुरू कर दिया। फिर जैसे आपने बताया कि तब टाइम बड़ा क्रिटिकल चल रहा था, तब क्या होता है कि आदमी कोई भी काम करता है तो हार्ट बीट बहुत बड़ी होती है कि यार पता नहीं क्या होगा, समय कम है, कहीं कोई गलत फैसला नहीं ले ले, सपोज करो इनसे नहीं वीज़ा लग पाया तो फिर मैं क्या करूँगा, कुछ ऐसा जहन में आता था तब? उस टाइम ऐसा नहीं था उतना, क्योंकि टाइम ऐसा था कि मतलब 1-1.5 महीने के अंदर अंदर वो चीज़ें हो जानी चाहिए थी, जो पहले ख़त्म हो जानी थी वो 1 महीना और लगता, क्योंकि मेरे को जाना था जनवरी में, तब भी मेरे पास टाइम था। बट ऐसा था कि थोड़ा और मैं अपने तरफ से डिले करता तो शायद चीज़ें हाथ से निकल जाती, तो इसलिए उसी टाइम ये आए पिक्चर में और फिर चीज़ें वैसे गई स्मूथली पूरी, विदाउट एनी इंटरप्शन, मतलब इन एनीथिंग इन द प्रोसेस। देखो ਇਹਨਾਂ ਨੇ ਇੱਕ ਗੱਲ ਕੀਤੀ ਕਿ ਸਮੇਂ ਜਿਹੜਾ ਹੈ ਉਹ ਮੇਰੇ ਹੱਥ ਚੋਂ ਨਿਕਲ ਜਾਂਦਾ। ਇਹੀ ਗੱਲ ਹੁੰਦੀ ਕਿ ਤੁਸੀਂ ਸਹੀ ਸਮੇਂ ਤੇ ਸਹੀ ਡਿਸੀਜਨ ਤੇ ਸਹੀ ਬੰਦੇ ਨੂੰ ਫੜ ਲੈਂਦੇ ਹੋ ਤਾਂ ਉਹ ਚੀਜ਼ਾਂ ਤੁਹਾਡੇ ਹੱਥ 'ਚ ਆ ਜਾਂਦੀਆਂ। ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਕਿ ਸੰਦੀਪ ਜੀ ਮੇਰੇ ਪਿੱਛੇ ਬੈਠੇ ਨੇ, ਫਿਲਹਾਲ ਉਹ ਚੀਜ਼ ਹੈ ਜਿਹੜੀ ਉਹ ਸੰਦੀਪ ਜੀ ਦੇ ਹੱਥ ਦੇ ਵਿੱਚ ਹੈ, ਜਿਹੜੀ
ਇਹਨਾਂ ਨੇ ਆਪਣੇ ਹੱਥ ਦੇ ਥਰੂ ਇਹਨਾਂ ਦੇ ਹੱਥਾਂ 'ਚ ਦੇਣੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਉਹ ਵੀਜ਼ਾ ਜਿਹੜਾ ਆ ਉਹ ਕੈਨੇਡਾ ਦਾ ਆਇਆ ਫੇਮ ਸਾਹਿਬ ਦਾ। ਸੰਦੀਪ ਜੀ ਕੀ ਹੁੰਦਾ ਕਿ ਇੱਕ ਨਾ ਬੰਦੇ ਨੂੰ ਇੱਕ ਟੈਨਸ਼ਨ ਖੜੀ ਹੋ ਜਾਂਦੀ ਹੈ ਜਦੋਂ ਇੱਕ ਤਾਂ ਠੀਕ ਹੈ ਸਾਹਮਣੇ ਬੈਠ ਕੇ ਕੋਈ ਬੰਦਾ ਆ ਕੇ ਗੱਲ ਕਰ ਗਿਆ, ਇੱਕ ਤੁਹਾਡੇ ਤੇ ਕੋਈ ਬੰਦਾ ਬਹੁਤ ਜ਼ਿਆਦਾ ਫੇਥ ਜਤਾਵੇ ਹੈ ਨਾ, ਉਹ ਵੀ ਫੌਜ ਦਾ ਬੰਦਾ ਐਡਾ ਵੱਡਾ ਅਫਸਰ, ਤੇ ਫਿਰ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜਦੋਂ ਇਹਨਾਂ ਨੇ ਤੁਹਾਨੂੰ ਡਾਕੂਮੈਂਟਸ ਭੇਜੇ ਉਸ ਵੇਲੇ ਆਇਆ ਵੀ ਯਾਰ ਇਹ ਤਾਂ ਹੁਣ ਇੱਜ਼ਤ ਦਾ ਸਵਾਲ ਹੈ। ਬਿਲਕੁਲ ਸਰ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਲਈ ਬਹੁਤ ਹੀ ਵੱਡਾ ਚੈਲੰਜ ਸੀਗਾ, ਸ਼ੋਬਿਤ ਲਈ ਵੀ ਤੇ ਸ਼ਾਰਥ ਲਈ ਵੀ, ਕਿਉਂਕਿ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣਾਗਾ ਵੀ ਇੱਥੇ ਕਾਫੀ ਅੱਛੇ ਨਾਮੀ ਐਡਵੋਕੇਟ ਨੇ। ਮੈਂ ਉਹਨਾਂ ਦਾ ਨਾਮ ਹੀ ਮੈਂਸ਼ਨ ਕਰ ਦੇਣਾ, ਮਿਸਟਰ ਜੈਦੀਪ ਨਈਅਰ ਜੀ, ਉਹ ਬਹੁਤ ਮੇਰੇ ਕਲੋਜ਼ ਨੇ। ਉਹਨਾਂ ਦੀ ਈਵਨ ਮੇਰੇ ਫੈਮਿਲੀ ਬਹੁਤ ਜ਼ਿਆਦਾ ਕਲੋਜ਼ ਆ। ਉਹਨਾਂ ਦੇ ਫਰੈਂਡ ਸੀਗੇ ਨਾਰਾਇਣ ਸਾਹਿਬ, ਨਾਰਾਇਣ ਜੀ ਜੋ ਹੁਣ ਗੋਆ ਦੇ ਵਿੱਚ ਨੇ। ਉਹਨਾਂ ਨੇ ਆਪਣੇ ਬੇਟੇ ਦਾ ਪ੍ਰੋਸੈਸ ਕਰਵਾਇਆ, ਉਹਨਾਂ ਦਾ ਵੀ ਆਪਾਂ ਬਹੁਤ ਹੀ ਸਮੂਥਲੀ, ਉਹਨਾਂ ਨੂੰ ਆਉਣ ਦੀ ਵੀ ਲੋੜ ਨਹੀਂ ਪਈ। ਮੈਂ ਦਿਨ ਰਾਤ ਜੋ ਵੀ ਬੈਕ ਐਂਡ ਪ੍ਰੋਸੈਸ ਕੀਤਾ। ਉਸ ਤੋਂ ਬਾਅਦ ਜਦੋਂ ਉਹਨਾਂ ਦਾ ਵੀਜ਼ਾ ਆਇਆ, ਇਹਨਾਂ ਦੇ ਐਕਚੁਅਲੀ ਇਹ ਕਰਨਲ ਜਿਹੜੇ ਰਾਏ ਜੀ ਨੇ, ਉਹਨਾਂ ਦੇ ਸੀਨੀਅਰ ਸੀਗੇ, ਉਹਨਾਂ ਨੇ ਗੱਲ ਕੀਤੀ ਬੜੇ, ਉਹਨਾਂ ਨੇ ਮੇਰੇ ਤੋਂ ਵੱਧ ਕੇ, ਮੈਂ ਇੰਨਾ ਵਿਸ਼ਵਾਸ ਨਹੀਂ ਕਿਤੇ ਕਿਸੇ ਨੂੰ ਦਵਾਇਆ ਵੀ ਤੁਹਾਡਾ ਵੀਜ਼ਾ ਆ ਜਾਏਗਾ ਜਾਂ ਕਿਵੇਂ, ਕਿਉਂਕਿ ਵੀਜ਼ਾ ਐਕਚੁਅਲੀ ਅੰਬੈਸੀ ਦੇ ਹੱਥ 'ਚ ਹੈਗਾ। ਬਟ ਉਹਨਾਂ ਨੂੰ ਮੇਰੇ ਤੇ ਇੰਨਾ ਜ਼ਿਆਦਾ ਸੀਗਾ, ਉਹਨਾਂ ਨੇ ਇਹਨਾਂ ਨੂੰ ਬਹੁਤ ਹੀ ਵਿਸ਼ਵਾਸ ਨਾਲ ਕਿਹਾ ਵੀ ਤੁਸੀਂ ਕੁਝ ਨਹੀਂ ਹੁੰਦਾ, ਵੀ ਤੁਸੀਂ ਸੰਦੀਪ ਬਹੁਤ ਅੱਛਾ ਕੰਮ ਤੇ ਬੜੀ ਇਮਾਨਦਾਰੀ ਨਾਲ ਕਰਦੇ ਨੇ, ਤੁਸੀਂ ਕਰਵਾਓ। ਈਵਨ ਤੁਸੀਂ ਯਕੀਨ ਨਹੀਂ ਮੰਨੋਗੇ, ਇਹਨਾਂ ਨੂੰ ਮੈਂ ਪਹਿਲੀ ਵਾਰ ਮਿਲ ਰਿਹਾ। ਨਾਰਾਇਣ ਸਾਹਿਬ ਨੂੰ ਤਾਂ ਮੈਂ 1-2 ਵਾਰ ਪਹਿਲਾਂ ਮਿਲ ਲਿਆ ਸੀਗਾ, ਇਹਨਾਂ ਨੂੰ ਮਿਲ ਰਿਹਾ। ਫਿਰ ਇਹਨਾਂ ਨੇ ਬਸ ਜੀ ਜਦੋਂ ਮੈਨੂੰ ਉਹਨਾਂ ਨੇ ਡਾਕੂਮੈਂਟਸ ਦਿਖਾਏ, ਕਾਫੀ ਉਹਨਾਂ ਦੇ ਵਿੱਚ ਚੀਜ਼ਾਂ ਸੀਗੀਆਂ ਜਿਹੜੀ ਕਿ ਚੇਂਜ ਕਰਨ ਵਾਲੀਆਂ ਸੀਗੀਆਂ, ਸਿਮੈਟਰੀ ਦੇ ਵਿੱਚ ਲਾਉਣ ਵਾਲੀਆਂ ਸੀਗੀਆਂ। ਫਿਰ ਮੈਂ ਇਹਨਾਂ ਨੂੰ ਟਾਈਮਲੀ ਦੱਸਦਾ ਰਿਹਾ, ਇਹਨਾਂ ਨੇ ਸਾਰੇ ਡਾਕੂਮੈਂਟਸ ਪੂਰੇ ਕੀਤੇ, ਔਨਲਾਈਨ ਹੀ ਸਾਰਾ ਮੈਂ ਇਹਨਾਂ ਦਾ ਪ੍ਰੋਸੈਸ ਕੀਤਾ। ਲੇਕਿਨ ਬਹੁਤ ਵੱਡੀ ਜ਼ਿੰਮੇਵਾਰੀ ਸੀ, ਕਿਉਂਕਿ ਇਹ ਸਾਰੀ ਚੀਜ਼ਾਂ ਫੇਸ ਵੈਲਿਊ ਦੇ ਉੱਪਰ ਟਿਕੀਆਂ ਹੋਈਆਂ ਸੀਗੀਆਂ। ਪੈਸਾ ਮੈਟਰ ਨਹੀਂ ਕਰਦਾ ਇਹਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਪੈਸਾ ਮੈਟਰ ਨਹੀਂ, ਨਾ ਹੀ ਮੈਂ ਕਦੇ ਪੈਸੇ ਕੰਨੀ ਜ਼ਿਆਦਾ ਗਿਆਗਾ। ਫੇਸ ਵੈਲਿਊ, ਇੱਕ ਤੁਹਾਡੀ ਇੱਜ਼ਤ, ਤੁਹਾਡੀ ਰਿਸਪੈਕਟ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਸੋ ਮੈਂ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਹਰੇਕ ਦੀ ਫਾਈਲ ਲਾਉਣਾ, ਕਿਉਂਕਿ ਤੁਹਾਨੂੰ ਪਤਾ ਜੀ ਫਾਈਲਾਂ ਜ਼ਿਆਦਾ ਲੱਗਦੀਆਂ ਨੇ, ਸੀਟਸ ਘੱਟ ਹੁੰਦੀਆਂ ਨੇ, ਚੁਣਿੰਦਾ ਫਾਈਲਾਂ ਨੂੰ ਹੀ ਵੀਜ਼ਾ ਦਿੱਤਾ ਜਾਂਦਾ ਗਾ, ਅਤੇ ਉਹਨਾਂ ਦੇ ਵਿੱਚ ਕੋਈ ਵੀ ਬੰਦਾ ਰਿਫਿਊਜ਼ਲ ਆ ਸਕਦੀ, ਕਿਸੇ ਦੀ ਵੀ ਐਕਸੈਪਟੈਂਸ ਆ ਸਕਦੀ ਆ। ਸੋ ਬੜੀ ਚੈਲੰਜਿੰਗ ਜੋਬ ਹੁੰਦੀ ਹੈ ਸਾਡੇ ਲਈ। ਸੋ ਮੈਂ ਅੱਜ ਬਹੁਤ ਜ਼ਿਆਦਾ ਪ੍ਰਾਊਡ ਮੂਵਮੈਂਟ ਹੈ ਤੁਹਾਡੇ ਲਈ। ਬਿਲਕੁਲ ਵੀ ਇਹ ਮੇਰੇ ਕੋਲ ਅੱਜ ਆਏ ਆਪਣਾ ਵੀਜ਼ਾ ਲੈਣ, ਤੇ ਮੈਂ ਤੁਹਾਨੂੰ ਇੱਥੇ ਦਿਖਾਉਣਾ ਚਾਹੁੰਦਾ, ਹਮੇਸ਼ਾ ਦੀ ਤਰ੍ਹਾਂ ਤੁਸੀਂ ਮੇਰੀਆਂ ਕਿੰਨੀਆਂ ਸਟੋਰੀਜ਼ ਕੀਤੀਆਂ, ਮੈਂ ਇਸ ਵਾਰ ਵੀ ਇਸ ਲਿਫਾਫੇ ਨੂੰ ਨਹੀਂ ਖੋਲ੍ਹਿਆ। ਅੱਛਾ, ਇੱਕ ਗੱਲ ਮੈਂ ਹੋਰ ਸੁਣੀ ਸੀ ਵੀ ਤੁਸੀਂ ਕੀ ਗੱਲ ਦੱਸੇ ਸੀ ਵੀ ਯਾਰ ਕੀ ਹੁੰਦਾ ਕਿ ਜਦੋਂ ਕਿਸੇ ਬੰਦੇ ਦੀ ਕੋਈ ਫਾਈਲ ਆਉਂਦਾ ਨਾ, ਤੇ ਅਗਲਾ ਬੰਦਾ ਨਾ ਏਜੰਟ ਦੀ ਗੱਲ, ਕੰਸਲਟੈਂਟ ਦੀ ਗੱਲ ਬੜੇ ਪਿਆਰ ਨਾਲ ਸੁਣਦਾ, ਉਹਨੂੰ ਬੜੀ ਰਿਸਪੈਕਟ ਦਿੰਦਾ। ਪਰ ਕੀ ਮਸਲਾ ਹੋ ਗਿਆ ਸੀ ਵੀ ਤੁਹਾਡੀ ਇਹ ਰਾਏ ਸਾਹਿਬ ਦੇ ਨਾਲ ਕੁੜੀ ਉਹ ਹੋ ਗਈ ਸੀ, ਤੁਸੀਂ ਉਹਨਾਂ ਨੂੰ ਦੁਖੀ ਕੀ ਕਰਦੇ ਸੀ? ਐਕਚੁਅਲੀ ਕੀ ਸੀਗਾ, ਜਦੋਂ ਦੇਖੋ ਇਹਨਾਂ ਨੇ ਹੁਣ ਯਸ਼ਾਰਥ ਨੂੰ, ਇਹਦੀ ਆਪਦੀ ਆਪਣੀ ਹੀ ਫਾਈਲ ਆ, ਇਹਨੂੰ ਨਹੀਂ ਪਤਾਗਾ ਵੀ ਫਾਈਲ ਦੇ ਵਿੱਚ ਕਿਹੜੀ ਚੀਜ਼ ਕਿੱਦਾਂ ਡਾਕੂਮੈਂਟ ਲੱਗਣਾ। ਇਹਨਾਂ ਨੇ ਜਿੱਦਾਂ ਕਿ ਕੈਮ ਸਕੈਨਰ ਤੋਂ ਡਾਕੂਮੈਂਟ ਸਕੈਨ ਕਰਤੇ, ਤੇ ਮੈਂ ਇਹਨਾਂ ਨੂੰ ਕਿਹਾ, ਕਿਉਂਕਿ ਅੰਬੈਸੀ ਨੇ ਸਪੈਸ਼ਲੀ ਕਿਹਾ ਹੁੰਦਾ ਕਿ ਤੁਸੀਂ ਡਿਜੀਟਲ ਕੈਮਰਾ ਤੋਂ ਕਰਨਾਗਾ, ਆਈ ਥਿੰਕ ਜਿਵੇਂ ਕਿ ਕੰਪਿਊਟਰ ਜਿਹੜਾ ਸਕੈਨਰ ਹੁੰਦਾ ਉਸ ਤੋਂ। ਇਹ ਮੈਨੂੰ ਐਸੇ ਹੀ ਰਫਲੀ ਜਿੱਦਾਂ ਡਾਕੂਮੈਂਟਸ ਦਿੰਦੇ ਨੇ ਦੇ ਦਿੰਦੇ ਨੇ, ਮੈਂ ਇਹਨਾਂ ਨੂੰ ਵਾਰ-ਵਾਰ ਚੇਂਜ ਲਈ ਕਹਿੰਦਾ ਸੀ ਵੀ ਐਂ ਨਹੀਂ। ਸੋ ਜਿੱਦਾਂ ਕਿ ਯਸ਼ਾਰਥ ਵਰਕਿੰਗ ਆ ਐਜ਼ ਆਈ ਥਿੰਕ ਇਹ ਲਾਅ ਕੀਤੀ ਹੋਈ ਹੈ ਇਹਨਾਂ ਨੇ, ਉਸ ਦੇ ਵਿੱਚ ਨੇ, ਇਹ ਲਾਇਰ ਨੇ, ਇਹਨਾਂ ਦੇ ਫਾਦਰ ਸਾਹਿਬ ਫਰੀ ਨੇ, ਤਾਂ ਯਸ਼ਾਰਥ ਨੇ ਮੈਨੂੰ ਡਾਕੂਮੈਂਟਸ ਦੇਣੇ ਸੀ। ਤੋਂ ਇਹ ਥੋੜਾ ਇਰੀਟੇਟ ਹੋ ਗਏ ਸੀਗੇ ਕਿ ਯਾਰ ਆਏ ਸਕੈਨ ਕਰਨਾ, ਇੱਦਾਂ ਸਕੈਨ ਕਰਨਾ। ਫਿਰ ਰਾਏ ਸਾਹਿਬ ਦਾ ਮੈਨੂੰ फ़ोन आया, कहते यार क्यों बच्चे को तंग कर रहे हो? मैंने कहा सर मैं तंग नहीं कर रहा, मुझे जो चाहिए वो तो चाहिए, आप ही के लिए चाहिए। तो फिर इन्होंने समझा। तो देखो जब हम सर काम कर रहे होते हैं ना, ਤਾਂ ਸੌਰੀ ਮੈਂ ਹਿੰਦੀ ਨਿਕਲ ਗਈ, ਜਦੋਂ ਆਪਾਂ ਕੰਮ ਕਰ ਰਹੇ ਹਾਂ ਤਾਂ ਉਦੋਂ ਕੁਛ ਚੀਜ਼ਾਂ ਹੋ ਜਾਂਦੀਆਂ ਨੇ ਇੱਧਰ ਉੱਧਰ। ਸੋ ਜਦੋਂ ਇਹਨਾਂ ਨੂੰ ਹੁਣ ਭਰੋਸਾ ਹੋ ਗਿਆ ਆਈ ਥਿੰਕ, ਤਾਂ ਹੁਣ ਮੈਂ ਇਹਨਾਂ ਤੋਂ ਕੋਈ ਵੀ ਡਾਕੂਮੈਂਟ ਮੰਗਦਾ ਤਾਂ ਇਹਨਾਂ ਨੂੰ ਭਰੋਸਾ, ਜਿੱਦਾਂ ਕਿ ਨਾਰਾਇਣ ਸਾਹਿਬ ਨੂੰ ਹੋ ਗਿਆ। ਦੇਖੋ ਕੀ ਗੱਲ ਹੈ ਕਿ ਪਹਿਲੀ ਗੱਲ ਤਾਂ ਵੀ ਤੁਸੀਂ ਕਿਹਾ ਵੀ ਸੌਰੀ ਮੇਰੇ ਤੋਂ ਹਿੰਦੀ ਨਿਕਲ ਗਈ, ਇਹ ਥਾ ਮੈਨੂੰ ਲੈਣ ਨਾਮ ਯਾਰ ਬੜਾ ਔਖਾ ਲੱਗਦਾ। ਯਸ਼, ਹਾਂ ਯਸ਼ ਜੀ ਇੱਧਰ ਆ ਜਾਓ 2 ਮਿੰਟ। ਹਿੰਦੀ ਜਿਹੜੀ ਹੈ ਸਾਡੀ ਰਾਸ਼ਟਰ ਭਾਸ਼ਾ, ਤੇ ਸਾਨੂੰ ਉਹ ਵੀ ਬੋਲ ਲੈਣੀ ਚਾਹੀਦੀ ਹੈ, ਠੀਕ ਹੈ। ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਯਸ਼ ਜੀ, ਜਿਸ ਤਰ੍ਹਾਂ ਤੁਸੀਂ ਐਡਵੋਕੇਟ, ਸੈਕੰਡਲੀ ਫਿਰ ਫੌਜੀ ਫੈਮਿਲੀ ਤੋਂ, ਤੁਸੀਂ ਲੋਕ ਤਾਂ ਬੜੇ ਡਿਸਿਪਲਿਨਡ ਹੁੰਦੇ ਆ, ਪਰਫੈਕਸ਼ਨ ਲੱਭਦੇ ਹੋ, ਪਰ ਤੁਹਾਨੂੰ ਇਹ ਨਹੀਂ ਲੱਗਿਆ ਕਿ ਯਾਰ ਸਾਡੇ ਤੋਂ ਵੀ ਉੱਤੇ ਇੱਕ ਬੰਦਾ ਪਰਫੈਕਟ ਜਿਹੜਾ ਨਿੱਕੀ ਨਿੱਕੀ ਗੱਲ ਤੇ ਮੈਨੂੰ ਦੁਖੀ ਕਰਦਾ? ਦੁਖੀ ਕਿਉਂ ਹੋਏ ਤੁਸੀਂ? दुखी की बात नहीं थी एक्चुअली। क्या था, मेरा ऑलरेडी ना डॉक्यूमेंटेशन 2 महीने से ज़्यादा कर रहा था मैं, ऑलरेडी डॉक्यूमेंट्स इकट्ठा कर लिए थे। अब क्या था, बिकॉज ये अपने सर्विस में वैसे ही एक्सपर्ट हैं, मैं तो मतलब इनिशियली मैंने खुद से, बल्कि किसी सर्विस से यूज़ की थी किसी की,
उन्होंने मेरे को शायद गाइड ना ठीक से किया, तो मैंने अपने नॉलेज के रिसर्च से अपना शुरू कर दिया था काम। तो डॉक्यूमेंटेशन के वजह से ही मतलब ऑर्डर इनको चाहिए था संदीप जी को, या बिकॉज ये ज़्यादा जानते हैं कि कैसे कैसे ऑर्डर में है ताकि फाइल अच्छे से लगे। उस टाइम अपने को इनिशियल थे, बस मिले ही थे उस टाइम। मैंने अपने तरफ से जितनी डॉक्यूमेंट थे मैंने ऐसे ही मतलब दे दिए उनको। अब ऑर्डर में कैसे है एकदम वो कट टू कट होना चाहिए आगे उनके लिए, एम्बेसी के लिए, उतना मेरे को था नहीं। तो इसीलिए बैक टू बैक हमारे मैंने एक बार तो भेज दिए, फिर कन्फ्यूजन हो गया कि ये ऊपर है ये नीचे है। उस चीज़ में थोड़ा मेरे को वो लगा, ऑफिस का काम ऊपर से। अब हम जानते ही हो अपने, अब लॉ वाला प्रोफेशन है, बिजी चलते ही रहते हैं, उसमें से फिर वो डॉक्यूमेंट वाला भी काम करो, साथ से करो, तो थोड़ा वो मामला फिर वो हो जाता है। बट वो एक फेज था, वो तो शुरू के 4-5 दिन थे, उसके बाद तो फिर सब ठीक ਹੋ ਗਿਆ। ਹਾਂ ਬਿਲਕੁਲ ਉਹੀ ਨਾ, ਇਹ ਹੋ ਜਾਂਦਾ ਹੈ। ਕੀ ਹੁੰਦਾ ਕਿ ਚਲੋ ਹੁਣ ਆਪਾਂ ਉਸ ਪ੍ਰਾਊਡ ਮੂਮੈਂਟ ਤੇ ਆਈਏ। ਆਓ ਸਰ 2 ਮਿੰਟ ਇੱਥੇ ਆਓ, ਆਪਾਂ ਸਾਰੇ ਜਣੇ ਚੰਗਾ ਲੱਗਦਾ ਕਿ ਜਦੋਂ ਦੇਖੋ ਇਹ ਪ੍ਰਾਊਡ ਮੂਮੈਂਟ ਇਹਨਾਂ ਲਈ ਨਹੀਂ, ਇਹ ਸਾਰੀ ਪ੍ਰਾਊਡ ਮੂਮੈਂਟ ਸੰਦੀਪ ਜੀ ਲਈ ਹੈ, ਕਿਉਂਕਿ ਪਰਫੈਕਸ਼ਨ ਦੇ ਨਾਲ ਕੰਮ ਕੀਤਾ। ਕਿਉਂਕਿ ਜਿਹੜੇ ਲੋਕ ਆਪਣੇ ਆਪ 'ਚ ਇੱਕ ਪਰਫੈਕਟ ਹੁੰਦੇ ਨੇ ਉਹਨਾਂ ਨੂੰ ਵੀ ਲੱਗਾ ਯਾਰ ਵੀ ਠੀਕ ਹੈ ਇਹ ਜਿਹੜਾ ਬੰਦਾ ਕੰਮ ਕਰ ਰਿਹਾ ਬੜੀ ਪ੍ਰੋਫੈਸ਼ਨਲ ਕੰਮ ਕਰ ਰਿਹਾ। ਤਾਂ ਆਪਾਂ ਫਿਰ ਉਹ ਰਸਮ ਹੈ ਜਿਹੜੀ ਸੰਦੀਪ ਜੀ, ਇਹ ਤੁਸੀਂ ਹੁਣ ਇਹਨੂੰ ਖੋਲੋਗੇ ਕਿ ਨਹੀਂ ਇਹ ਮੈਂ ਚਾਹੁੰਦਾਗਾ ਵੀ ਸਟੂਡੈਂਟ ਹੀ ਖੋਲੇ, ਕਿਉਂਕਿ ਮੈਂ ਤਾਂ ਕਾਫੀ ਖੋਲ ਚੁੱਕਿਆ ਜੀ। ਮੈਂ ਤਾਂ ਮੇਰਾ ਤਾਂ ਇਹ ਚੀਜ਼ ਲਈ ਕਾਮਨ ਹੋ ਗਈ ਆ, ਸੋ ਇਹਨਾਂ ਲਈ ਇਹ ਚੀਜ਼ ਅੱਜ ਦੇ ਲਈ ਖਾਸ ਹੈਗੀ। ਸੋ ਇਹਨਾਂ ਨੇ, ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰ ਦਿਆਂ ਵੀ ਇਹਨਾਂ ਨੇ ਨਾ ਕੁਝ ਫਰਦਰ ਪ੍ਰੋਸੈਸ ਕਰਨੇ ਸੀ, ਕੋਈ ਫੋਰੈਕਸ ਕਾਰਡ ਵਗੈरह। इन्हों का मैंने फ़ोन आया राय साहब का, कहते संदीप जी मुझे वो वीज़ा का वो तो भेज दो। मैंने इनको अपनी रिकॉर्डिंग भेजी कल परसों। मैं क्या सर भी मैं तो दे देता हूँ, मुझे कोई प्रॉब्लम नहीं है, लेकिन मैं चाहता हूँ, मेरी विश है कि यशार्थ मेरे ऑफिस में आके खुद खोले, उसकी मूवमेंट मैं कैच करना चाहता हूँ। तो इन्होंने बोला यस ओके डन। तो अभी इसलिए ਬਿਲਕੁਲ यशार्थ ही खोलेगा तो मैंने लगता ज़्यादा अच्छा। यस जी बिल्कुल, सो थैंक यू। फॉर यू। प्लीज खोल लें आप इसको, इसको अच्छी बात है। ऊपर से हो जाए। आपका भी यश बढ़ेगा, ऑब्वियस है, जाएंगे वहाँ पे। अच्छा पंजाब में पहले कभी बठिंडा में आए थे आप लोग? नहीं, बठिंडा कभी हुआ ही नहीं। First time? First time। पहली विजिट है। फर्स्ट विजिट है पूरे, मतलब मेरे अब 27 साल अब जितने फौज में रहे हैं वो फर्स्ट टाइम है। पंजाब में ज़्यादा कभी हुआ ही नहीं एक्सप्लोर। लो जी। ये अच्छा तो हमेशा लगता भी पता नहीं वीज़ा निकलू। मैं इस बार तो मैनू भी लग्या कई बार एम्बेसी दी कोई मुंह ਜਿਨ੍ਹਾਂ ਨੇ ਸਾਰੀ ਉਮਰ ਫੌਜ ਦੇ ਵਿੱਚ ਬਿਤਾਈ, ਦੇਸ਼ ਦੀ ਸੇਵਾ ਕੀਤੀ। ਠੀਕ ਆ, ਅੱਜ ਬੇਟਾ ਕੈਨੇਡਾ ਜਾ ਰਿਹਾ ਹਾਇਰ ਐਜੂਕੇਸ਼ਨ ਦੇ ਲਈ। ਪੰਜਾਬ ਦੇ ਵਿੱਚ ਲੋਕ ਕਦੀ ਨਹੀਂ ਆਏ। ਇੱਕ ਫੇਥ, ਇੱਕ ਜ਼ੁਬਾਨ, ਇੱਕ ਪ੍ਰਚਾਰ, ਇੱਕ ਪ੍ਰਸਾਰ, ਜਿਹਦੀ ਮੈਂ ਗੱਲ ਕਰ ਰਿਹਾ। ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਉਹਦਾ ਪ੍ਰਚਾਰ ਕਰਨਾ ਵੀ ਬਣਦਾ ਹੈ। ਪ੍ਰਚਾਰ ਉਦੋਂ ਕਰਦੇ ਹਾਂ ਕਿ ਠੀਕ ਹੈ ਯਾਰ ਆਹ ਕੰਮ ਵਧੀਆ ਹੋਇਆ, ਜੇ ਤੁਹਾਨੂੰ ਵੀ ਲੱਗਦਾ ਤਾਂ ਤੁਸੀਂ ਕਰੋ। ਇਸ ਕਰਕੇ ਇਕੱਲੀ ਇਹ ਐਡਵਰਟੀਜ਼ਮੈਂਟ ਨਹੀਂ ਹੁੰਦੀ, ਹਰ ਚੀਜ਼ ਐਡਵਰਟਾਈਜ਼ ਕਰਦੇ ਹਾਂ ਅਸੀਂ। ਇਸ ਕਰਕੇ ਖੁਸ਼ੀ ਦੇ ਪਲ ਨੇ, ਇਹਨਾਂ ਨੂੰ ਮਾਣ ਲੈਣਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਜਿਹੜੀ ਚੀਜ਼ ਤੁਸੀਂ ਦੇਖਦੇ ਹੋ ਕ੍ਰਿਟੀਸਾਈਜ਼ ਕਰਨ ਨਾਲੋਂ ਬਿਹਤਰ ਹੁੰਦਾ ਕਿ ਉਹਦੇ 'ਚੋਂ ਕੁਝ ਪੋਜ਼ੀਟਿਵ ਚੀਜ਼ਾਂ ਲਓ, ਉਹਦੇ 'ਚੋਂ ਕੁਝ ਸਿੱਖੋ, ਤਾਂ ਜੋ ਦੂਸਰੇ ਨੂੰ ਅਸੀਂ ਦੱਸ ਸਕੀਏ। ਸੰਦੀਪ ਜੀ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਵੀ ਵੀਜ਼ਾ ਦੇਖੋ ਤੇ ਸਭ ਨੂੰ ਦਿਖਾਓ। ਇਹ ਨਾ ਪਤਾ ਕੀ, ਮੈਂ ਤਾਂ ਡਰਦੇ ਨਹੀਂ ਕਿਹਾ। ਕਈ ਵਾਰੀ ਕੀ ਹੁੰਦਾ, ਉਹ ਕਹਿੰਦੇ ਨੇ ਵੀ ਨੰਬਰ ਨਹੀਂ ਦੱਸਣਾ ਹੁੰਦਾ ਹੈ ਨਾ, ਮੈਂ ਉਂਗਲ ਰੱਖ ਲੈਣਾ ਉਹਦੇ ਤੇ। ਮੈਂ ਬਹੁਤ ਸਿਆਣਾ ਹੋ ਗਿਆ ਇਹਨਾਂ ਲੋਕਾਂ ਨਾਲ ਰਹਿ ਕੇ, ਸੰਦੀਪ ਜੀ ਵਰਗਿਆਂ ਨਾਲ, ਵੀ ਯਾਰ ਹੈ ਨਾ ਚਲੋ ਲਿਵ ਇਟ, ਇਹ ਨਹੀਂ ਜ਼ਿਆਦਾ ਨਹੀਂ ਦਿਖਾਣਾ, ਬਟ ਇਹ ਆ ਠੀਕ ਹੈ ਆ ਗਿਆ ਬਸ, ਤੁਸੀਂ ਹੁਣ ਇਹਨੂੰ ਜੇਬ 'ਚ ਪਾ ਲਓ, ਨਜ਼ਰ ਨਾ ਲੱਗ ਜੇ। ਕੀ ਕਹਿਣਾ ਚਾਹੋਗੇ ਸੰਦੀਪ ਜੀ? ਬਸ ਲਾਸਟ ਮੈਂ ਇਹੀ ਕਹਿਣਾ ਚਾਹੁੰਦਾ ਸਰ, ਮੈਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਦੇਖਿਆ, ਦੇਖੋ ਸਾਰੇ ਕੰਮ ਬੜੇ ਕੰਸਲਟੈਂਟ ਬੜਾ ਅੱਛੇ ਕਰਦੇ ਨੇ। ਦੇਖੋ ਵੀਜ਼ਾ ਦੇ ਵਿੱਚ ਖਾਸ ਚੀਜ਼ਾਂ, ਦੇਖੋ ਰੈਲੇਵੈਂਸੀ ਤਾਂ ਹੈ ਹੀ ਹੈ, ਸਭ ਨੂੰ ਪਤਾ, ਬਟ ਸਰ ਉਹਦੇ ਵਿੱਚ ਪ੍ਰੈਜੈਂਟੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਆ, ਜੋ ਕਿ ਮੈਂ ਹਮੇਸ਼ਾ ਹੀ ਇਸ ਚੀਜ਼ ਦਾ ਰਿਜ਼ਲਟ ਜਿਵੇਂ ਯਸ਼ਾਰਥ ਦਾ ਹੀ ਹੈਗਾ। ਮੇ ਬੀ ਅਸੀਂ ਡਾਕੂਮੈਂਟ ਉੱਦਾਂ ਹੀ ਲਾਉਂਦੇ ਜਿੱਦਾਂ ਯਸ਼ਾਰਥ ਲਾਉਂਦਾ, ਤਾਂ ਕਿਉਂਕਿ ਕੋਈ ਵੀ ਚੀਜ਼ ਹੈ ਸਰ, ਆਪਾਂ ਇੱਥੇ ਖੜ੍ਹੇ ਆਪਾਂ ਚੰਗੇ ਕੱਪੜੇ ਪਾ ਕੇ ਖੜ੍ਹੇ ਹਾਂ, ਜੇ ਆਪਣੇ ਅੱਛੇ ਕੱਪੜੇ ਨਾ ਪਾਏ ਹੋਣ ਤਾਂ ਆਪਾਂ ਨੂੰ ਪਸੰਦ ਨਹੀਂ ਕਰ। ਉਵੇਂ ਹੀ
ਇੱਕ ਵੀਜ਼ਾ ਆਫੀਸਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾਗਾ ਤਾਂ ਉਹਦੇ ਕੋਲ ਇੱਕ ਚੰਗੀ ਫਾਈਲ ਕਿੱਦਾਂ ਡਾਕੂਮੈਂਟਸ ਕਿਹੜਾ ਕਿੱਥੇ ਆ ਬਹੁਤ ਜ਼ਿਆਦਾ ਮੈਟਰ ਕਰਦਾ। ਸਾਡੀ ਜਿਹੜੀ ਚੌਕ ਐਂਡ ਡਸਟਰ ਆਂਗੇ ਅਸੀਂ ਇਸ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਆ। ਰੈਲੇਵੈਂਸੀ ਉਹ ਤਾਂ ਬੇਸਿਕਸ ਹੈ ਹੀ ਹੈ, ਸੋ ਇਹ ਜ਼ਿਆਦਾ ਕੋਰ ਬੇਸਿਕਸ ਚੀਜ਼ਾਂ ਹੁੰਦੀਆਂ ਨੇ ਜਿਹੜੀ ਕਿ ਧਿਆਨ ਦੇਣੀਆਂ ਚਾਹੁੰਦੇ ਆ। ਸੋ ਮੈਂ ਸਾਰੇ ਹੀ ਸਟੂਡੈਂਟਸ ਨੂੰ ਕਹੂੰਗਾ ਜਿਹੜੇ ਇੱਧਰ ਉੱਧਰ ਨੇ ਬੜਾ ਸੋਚ ਸਮਝ ਕੇ ਆਪਣਾ ਕੰਸਲਟੈਂਟ ਚੂਜ਼ ਕਰਨ, ਕਿਉਂਕਿ ਮੈਨੂੰ ਕਾਫੀ ਜਣੇ ਕੁਐਸਚਨ ਪੁੱਛਦੇ ਨੇ ਸਰ ਸਾਡੇ 6.5 ਸੀਗੇ, ਕੋਈ ਗੈਪ ਨਹੀਂ ਸੀਗਾ, ਸਾਡਾ ਫਿਰ ਵੀ ਰਿਫਿਊਜ਼ਲ ਆ ਗਈ। ਸਰ ਉਹ ਇਹੀ ਕਾਰਨ ਹੁੰਦੇ ਨੇ ਵੀ ਉਹਦੇ ਵਿੱਚ ਆਪਾਂ ਪ੍ਰੈਜ਼ੈਂਟ ਨਹੀਂ ਕਰ ਪਾਏ, ਆਪਾਂ ਵੀਜ਼ਾ ਆਫੀਸਰ ਨੂੰ ਜਸਟੀਫਿਕੇਸ਼ਨ ਨਹੀਂ ਦੇ ਪਾਏ। ਸੋ ਇਹੀ ਚੀਜ਼ਾਂ ਹੁੰਦੀਆਂ ਨੇ। ਸੋ ਮੈਂ ਸਭ ਨੂੰ ਆਲ ਦੀ ਵੈਰੀ ਬੈਸਟ ਟੂ ਮਿਸਟਰ ਯਸ਼ਾਰਥ ਐਂਡ ਹਿਸ ਫਾਦਰ ਐਂਡ ਆਲ देयर ਫੈਮਲੀਜ਼ ਐਂਡ ਆਲ ਦੀ ਜੋ ਆਡੀਅנס ਨੇ ਉਹ ਜੋ ਦੇਖ ਰਹੇ ਨੇ। ਸੋ ਮੈਂ ਉਹਨਾਂ ਨੂੰ ਕਹੂੰਗਾ ਜਿੱਥੇ ਵੀ ਤੁਸੀਂ ਫਾਈਲ ਲਾਈ ਹੈ, ਜੇ ਸੋਚ ਰਹੇ ਹੋਗੇ ਤੁਹਾਡਾ ਵੀਜ਼ਾ ਜ਼ਰੂਰ ਆਵੇ। ਮੇਰੀ ਦਿਲ ਦੀ ਤਮੰਨਾ ਹੀ ਹੈ, ਕਿਉਂਕਿ ਮੈਂ ਤਾਂ ਹਮੇਸ਼ਾ ਹੀ ਬੁੱਲਾਂ ਦੀ ਮੁਸਕਰਾਹਟ ਬਣਨਾ ਚਾਹੁੰਦਾ ਹਰੇਕ ਦੀ, ਕਿਉਂਕਿ ਮਨੀ ਲਈ ਤਾਂ ਇੰਨਾ ਆਪਾਂ ਜ਼ਿਆਦਾ ਨਹੀਂ ਹੁੰਦਾ, ਮਨੀ ਜ਼ਰੂਰੀ ਆ ਬਟ ਇੱਕ ਹਿਊਮਨ ਨੇਚਰ, ਇੱਕ ਬੰਦੇ ਦਾ ਸਹੀ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈਗਾ। ਆਈ ਥਿੰਕ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਡੇ ਫੌਜੀ ਭਰਾ ਇਮਾਨਦਾਰੀ ਨਾਲ ਕੰਮ ਕਰਦੇ ਨੇ, ਸਰਹੱਦਾਂ ਦੇ ਉੱਤੇ ਸਾਡੇ ਲਈ ਲੜਦੇ ਨੇ। ਇਸੇ ਕਰਕੇ ਅਸੀਂ ਲੋਕ ਜਿਹੜਾ ਹੈ ਬੜੇ ਆਰਾਮ ਨਾਲ ਜ਼ਿੰਦਗੀ ਬਤੀਤ ਕਰਦੇ ਹਾਂ ਤੇ ਆਰਾਮ ਨਾਲ ਅਸੀਂ ਸੌਂਦੇ ਹਾਂ। ਤੁਸੀਂ ਲੋਕ ਜਾਗਦੇ ਹੋ। थैंक यू। ਤੁਹਾਡੇ ਲਈ ਹੁਣ ਜਾਗੇ ਸੰਦੀਪ ਹੋਣੀ। ਸੰਦੀਪ ਨੇ ਤੁਹਾਡਾ ਜਿਹੜਾ ਕੰਮ ਕੀਤਾ ਤੇ ਅੱਜ ਇਹ ਹੈ ਵੀ ਹੁਣ ਸਾਰੇ ਜਣੇ ਖੁਸ਼ ਨੇ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? हाँ, बहुत खुशी हो रही है मुझे और सब टाइमली हुआ है, इसकी बहुत मुझे इनकी तारीफ़ करनी चाहिए कि इन्होंने जो भी काम किया बड़े सिस्टमेटिक तरीके से किया और हर चीज़ बड़े समय के साथ हमारे को मिलती रही, जैसे कि बायोमेट्रिक, उसके तुरंत अप्रूवल, फिर हमारा वीज़ा का स्टैंपिंग के लिए जाना और आना, उसका रिसीव होना। तो ऐसा चला कि हमें उस तरफ से सोचने की ज़रूरत ही नहीं पड़ी। बहुत बहुत शुक्रिया संदीप जी। ਬਿਲਕੁਲ ਸੋਚਣ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ, ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਨਫਿਊਜ਼ ਨਹੀਂ ਹੋਣਾ। ਪਹਿਲੀ ਗੱਲ ਆਪਣੇ ਆਪ ਤੇ ਵਿਸ਼ਵਾਸ ਰੱਖਣਾ, ਆਪਣੀ ਸੋਚ ਤੇ ਵਿਸ਼ਵਾਸ ਰੱਖਣਾ, ਤੇ ਫਿਰ ਜਦੋਂ ਕਿਸੇ ਤੇ ਵਿਸ਼ਵਾਸ ਕਰਨਾ ਤਾਂ ਬੜਾ ਸੋਚ ਸਮਝ ਕੇ ਵਿਸ਼ਵਾਸ ਕਰਨਾ ਹੈ। ਇਸੇ ਵਿਸ਼ਵਾਸ ਦੇ ਨਾਲ ਕਿ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਕਰੋਗੇ ਤਾਂ ਬੜੇ ਸੋਚ ਸਮਝ ਕੇ ਕਰੋਗੇ। ਤੁਹਾਡੇ ਤੋਂ ਲੈਣਾ ਆਗਿਆ ਤੇ ਸਭ ਨੂੰ ਦੇਣਾ ਵਧਾਈ। ਬਹੁਤ ਬਹੁਤ ਧੰਨਵਾਦ।